ਕੋਨਿਕ ਸੈਕਸ਼ਨਸ। ਉੱਥੇ ਅਸੀਂ ਬਹੁਤ ਸਾਰੀ ਚੀਜ਼ਾਂ ਸਿੱਖੀਆਂ ਹਨ, ਜਿਵੇਂ ਕਿ ਇੱਕ ਰਾਈਟ ਸਰਕੂਲਰ ਕੋਨ ਲਈ ਹੋਰੀਜ਼ੋਂਟਲ ਸਲਾਈਸ ਸਾਨੂੰ ਸਰਕਲ ਦਿੰਦਾ ਹੈ। ਸਲੈਂਟ ਐਜ ਸਾਨੂੰ ਇਲਿਪਸ, ਫਰਦਰ ਪੈਰਾਬੋਲਾ ਅਤੇ ਹਾਈਪਰਬੋਲਾ ਦਿੰਦੇ ਹਨ। ਅੱਜ ਦੀ ਕਲਾਸ ਵਿੱਚ, ਅਸੀਂ ਇਲਿਪਸ ਨੂੰ ਬਣਾਉਣ ਲਈ ਦੋ ਵਿਸ਼ੇਸ਼ ਮੈਥਡ ਸਿੱਖਾਂਗੇ, ਇੱਕ ਕੰਸੈਂਟਰਿਕ ਸਰਕਲ ਮੈਥਡ ਅਤੇ ਦੂਜਾ ਓਬਲੋਂਗ ਮੈਥਡ। ਇਸ ਲਈ, ਇਸ ਦੋ ਕੋਨਸੈਂਟਰਿਕ ਸਰਕਲਸ ਵਿੱਚ, ਕੋਨਸੈਂਟਰਿਕ ਸਰਕਲਸ ਮੈਥਡ ਉਥੋਂ ਡਰੋ ਕੀਤੀ ਗਈ ਹੈ ਕਿ ਇੱਕ ਇਲਿਪਸ ਲਈ ਦਿੱਤੇ ਗਏ ਮੇਜਰ ਐਕਸਿਸ, ਮਾਈਨਰ ਐਕਸਿਸ ਦੇ ਬੇਸ ਤੇ ਇੱਕ ਇਲਿਪਸ ਨੂੰ ਕਿਵੇਂ ਕੰਸਟਰਕਟ ਕੀਤਾ ਜਾਵੇ। ਅਸੀਂ ਕੋਨਸੈਂਟਰਿਕ ਤੌਰ ਤੇ ਦੋ ਵੱਖ-ਵੱਖ ਰੇਡੀਅਸ ਦੇ ਦੋ ਸਰਕਲ ਡਰੋ ਕਰਾਂਗੇ ਅਤੇ ਫਿਰ ਇਸ ਨੂੰ ਕੰਸਟਰਕਟ ਕਰਨ ਲਈ ਲਾਈਨ ਨੂੰ ਜੁਆਇਨ ਕਰਾਂਗੇ, ਇੱਕ ਇਲਿਪਸ। ਆਓ ਇਸ ਨੂੰ ਇੱਕ ਉਦਾਹਰਣ ਰਾਹੀਂ ਵੇਖੀਏ। ਉਦਾਹਰਣ ਲਈ, ਮੇਜਰ ਐਕਸਿਸ 70 ਮਿਲੀਮੀਟਰ ਅਤੇ ਮਾਈਨਰ ਐਕਸਿਸ 40 ਮਿਲੀਮੀਟਰ ਦੇ ਨਾਲ ਇੱਕ ਇਲਿਪਸ ਡਰੋ ਕਰੋ। ਇਸ ਪਰਪਸ ਲਈ ਸਾਨੂੰ ਕੀ ਕਰਨਾ ਪਵੇਗਾ? ਇੱਕ ਹੋਰੀਜ਼ੋਂਟਲ ਲਾਈਨ ਡਰੋ ਕਰੋ, ਜਿਸਨੂੰ ਅਸੀਂ ਮੇਜਰ ਐਕਸਿਸ ਕਹਿੰਦੇ ਹਾਂ। ਇਸ ਕੇਸ ਵਿੱਚ, AB 70 ਮਿਲੀਮੀਟਰ ਅਤੇ 40 ਮਿਲੀਮੀਟਰ ਦੇ ਨਾਲ ਮਾਈਨਰ ਐਕਸਿਸ, ਅਤੇ ਇਹ ਦੋਵੇਂ ਇੱਕ ਦੂਜੇ ਨਾਲ O ਤੇ ਰਾਈਟ ਐਂਗਲ ਤੇ ਬਾਈਸੈਕਟ ਕਰਦੇ ਹਨ। ਇਸ ਲਈ, ਆਓ ਇਸ ਨੂੰ ਵੇਖੀਏ। ਇਸ ਲਈ, ਇਹ ਹੋਰੀਜ਼ੋਂਟਲ ਲਾਈਨ ਤੇ AB ਪੁਆਇੰਟ, ਇਹ 70 ਮਿਲੀਮੀਟਰ ਦੀ ਦੂਰੀ ਤੇ ਹਨ। ਅਤੇ ਇੱਕ ਇਲਿਪਸ ਲਈ ਮਾਈਨਰ ਐਕਸਿਸ 40 ਮਿਲੀਮੀਟਰ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਅਸੀਂ ਇਹਨਾਂ ਲਾਈਨਾਂ ਨੂੰ ਵਧਾ ਰਹੇ ਹਾਂ, ਉਹਨਾਂ ਨੂੰ ਉਸ ਤਰੀਕੇ ਨਾਲ ਇੰਟਰਸੈਕਟ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਤਰ੍ਹਾਂ ਇੱਕ ਨੇ ਡਰੋ ਕਰਨਾ ਹੈ। ਅਤੇ ਇਹ ਪਾਰਟ 40 ਮਿਲੀਮੀਟਰ ਹੋਣਾ ਚਾਹੀਦਾ। ਅਤੇ ਜੇ ਅਸੀਂ ਧਿਆਨ ਨਾਲ ਵੇਖੀਏ, ਕਿਉਂਕਿ ਇਹ 70 ਮਿਲੀਮੀਟਰ ਮੇਜਰ ਐਕਸਿਸ ਹੈ, ਇਸ ਲਈ ਇਸ ਪੂਰੇ ਸਰਕਲ ਦਾ ਡਾਇਆਮੀਟਰ ਆਪਣੇ ਆਪ ਵਿੱਚ 70 ਮਿਲੀਮੀਟਰ ਹੈ। ਦੂਸਰਾ ਇੱਕ ਮਾਈਨਰ ਐਕਸਿਸ 40 ਮਿਲੀਮੀਟਰ ਤੇ ਹੈ। ਤਾਂ ਇਲਿਪਸ ਲਈ ਮਾਈਨਰ ਐਕਸਿਸ ਜੇਕਰ ਇਹ ਡਰੋ ਕੀਤਾ ਜਾਂਦਾ ਹੈ, ਤਾਂ ਇਹ ਹੈ। ਇਸ ਲਈ, ਮੇਜਰ ਐਕਸਿਸ ਇਹ ਮਾਈਨਰ ਐਕਸਿਸ ਹੈ, ਅਤੇ ਇਹ ਹਿੱਸਾ ਮਾਈਨਰ ਐਕਸਿਸ ਹੈ। ਮਾਈਨਰ 40 ਮਿਲੀਮੀਟਰ ਹੈ। ਇੱਕ ਹੋਰ ਸਰਕਲ ਦੀ ਡਰਾਇੰਗ ਕਰਨ ਨਾਲ, ਅਸੀਂ ਇੱਕ ਇਲਿਪਸ ਨੂੰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਤਾਂ ਪਹਿਲਾ ਸਟੈਪ, ਸਾਨੂੰ ਡਾਇਆਮੀਟਰ ਦੇ ਤੌਰ ਤੇ AB ਅਤੇ CD ਦੇ ਨਾਲ ਦੋ ਸਰਕਲ ਡਰੋ ਕਰਨੇ ਪੈਣਗੇ। ਇਸ ਤੋਂ ਬਾਅਦ, ਦੋਵਾਂ ਸਰਕਲ ਨੂੰ 12 ਇਕੁਅਲ ਪਾਰਟ ਵਿੱਚ ਡਿਵਾਈਡ ਕਰੋ। ਇਸ ਲਈ, ਆਓ ਆਊਟਰ ਸਰਕਲ ਨੂੰ ਚੁਣੀਏ। ਇਸ ਆਊਟਰ ਸਰਕਲ ਲਈ ਡਾਇਆਮੀਟਰ 70 ਮਿਲੀਮੀਟਰ ਹੈ। ਇੱਕ ਨੂੰ 12 ਇਕੁਅਲ ਪਾਰਟ ਵਿੱਚ ਡਿਵਾਈਡ ਕਰਨਾ ਹੋਵੇਗਾ। ਇਹ 12, 24 ਪਾਰਟ ਦੇ ਇਕੁਅਲ ਨੰਬਰ ਹੋ ਸਕਦੇ ਹਨ, ਜਿਸਨੂੰ ਮੇਜਰ ਐਕਸਿਸ ਬੇਸ ਸਰਕਲ ਅਤੇ ਮਾਈਨਰ ਐਕਸਿਸ ਬੇਸ ਸਰਕਲ ਦੋਵਾਂ ਲਈ ਬਣਾਉਣਾ ਹੁੰਦਾ ਹੈ। ਇੱਥੇ ਅਸੀਂ 12 ਪਾਰਟ ਬਣਾਉਣ ਜਾ ਰਹੇ ਹਾਂ। ਇਸ ਲਈ, ਇਹ ਉਸ ਨਾਲ ਸ਼ੁਰੂ ਹੁੰਦਾ ਹੈ 1 2 3 4 5 6। ਦੁਬਾਰਾ B ਹੈ। ਇਸ ਲਈ, ਪਹਿਲਾ ਪਾਰਟ, ਦੂਜਾ ਪਾਰਟ, ਤੀਜਾ ਪਾਰਟ, ਚੌਥਾ, ਪੰਜਵਾਂ, ਛੇਵਾਂ ਇਹ ਇਕੁਅਲ ਪਾਰਟ ਹਨ। ਬਾਟਮ ਸਾਈਡ ਤੇ ਵੀ। ਇਸ ਲਈ ਸਿਮੈਟਰੀ ਦੇ ਕਾਰਨ, ਦੁਬਾਰਾ 1 2 3 4 5 6 ਟੋਟਲ 12 ਪਾਰਟ ਵਿੱਚ ਅਸੀਂ ਕੰਸਟਰਕਟ ਕਰਨ ਜਾ ਰਹੇ ਹਾਂ। ਨਾਵਾਂ ਤੇ ਜੋ ਅਸੀਂ ਇਹ ਬਣਾ ਰਹੇ ਹਾਂ ਉਹ ਹੈ 1 2 3 4 5 ਤੱਕ A ਨਾਲ ਸ਼ੁਰੂ ਹੁੰਦਾ ਹੈ, ਅਤੇ ਦੁਬਾਰਾ B 6 7 8 9 10 ਨਾਲ ਸ਼ੁਰੂ ਹੁੰਦਾ ਹੈ ਅਤੇ ਦੁਬਾਰਾ A ਤੱਕ ਜਾਂਦਾ ਹੈ। ਸਿਮਿਲਰਲੀ, ਜੇਕਰ ਅਸੀਂ ਇਸ ਦੀ ਇਕੁਅਲ ਡਿਵੀਜ਼ਨ ਕਰਦੇ ਹਾਂ, ਇਸ ਦਾ ਮਤਲਬ, ਤਾਂ ਅਸੀਂ ਇਸ ਮੇਜਰ ਐਕਸਿਸ ਸਰਕਲ ਲਈ ਅਸਲ ਵਿੱਚ ਇਸ ਤਰ੍ਹਾਂ ਦੇ ਨੋਰਮਲ ਡਰੋ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਇੱਕ ਵਾਰ ਇਹ ਹੋ ਜਾਣ ਤੋਂ ਬਾਅਦ, ਅਸੀਂ ਉਹਨਾਂ ਲਾਈਨਾਂ ਨੂੰ ਵਧਾਵਾਂਗੇ ਤਾਂ ਜੋ ਮਾਈਨਰ ਐਕਸਿਸ ਬੇਸ ਸਰਕਲ ਵੀ 12 ਇਕੁਅਲ ਪਾਰਟ ਵਿੱਚ ਡਿਵਾਈਡ ਕੀਤਾ ਜਾਵੇਗਾ। ਆਊਟਰ ਵਾਲੇ ਨੂੰ ਅਸੀਂ ਇਸ ਨੂੰ 1 2 3 4 5 ਦਾ
ਨਾਮ ਦੇਣ ਜਾ ਰਹੇ ਹਾਂ। ਇਨਰ ਵਾਲੇ ਨੂੰ ਅਸੀਂ ਇੱਕ ਡੈਸ਼ ਦਾ ਨਾਮ ਦੇਣ ਜਾ ਰਹੇ ਹਾਂ, ਜਿਵੇਂ ਕਿ 2 ਡੈਸ਼ 3 ਡੈਸ਼ 4 ਡੈਸ਼ ਅਤੇ ਹੋਰ। ਇਹ ਉਹ ਕਨਵੈਨਸ਼ਨ ਹੈ ਜੋ ਅਸੀਂ ਵਰਤਣ ਜਾ ਰਹੇ ਹਾਂ। ਮੇਜਰ ਐਕਸਿਸ ਤੇ ਲੈਟਰ A ਹੈ ਅਤੇ B ਮਾਈਨਰ ਐਕਸਿਸ ਤੇ ਲੈਟਰ C ਅਤੇ D ਹਨ। ਇਹਨਾਂ 12 ਇਕੁਅਲ ਪਾਰਟ ਦੀ ਡਿਵੀਜ਼ਨ ਤੋਂ ਬਾਅਦ ਅਸੀਂ ਇੱਕ ਦੁਆਰਾ ਕੀ ਕਰਾਂਗੇ? ਪਹਿਲੇ ਪੁਆਇੰਟ ਦੁਆਰਾ CD ਦੇ ਲਾਈਨ ਪੈਰਲਲ ਡਰਾ ਕਰੋ। ਅਸੀਂ ਪਛਾਣ ਲਿਆ ਹੈ ਕਿ ਪਹਿਲਾ ਪੁਆਇੰਟ CD ਦੇ ਪੈਰਲਲ ਇੱਕ ਹੈ। CD ਲਾਈਨ ਇਹ ਇੱਕ ਹੈ। ਇਸ CD ਲਾਈਨ ਦੇ ਪੈਰਲਲ ਅਸੀਂ ਇੱਕ ਤੇ ਇੱਕ ਲਾਈਨ ਡਰਾ ਕਰਨ ਜਾ ਰਹੇ ਹਾਂ। ਸਿਮਿਲਰਲੀ ਅਸੀਂ 2 ਤੇ ਡਰਾ ਕਰਾਂਗੇ। 3 ਪਹਿਲਾਂ ਹੀ ਮੌਜੂਦ ਹੈ। 4 ਤੇ ਵੀ ਅਸੀਂ ਡਰਾ ਕਰਾਂਗੇ। ਅਸੀਂ 5 6 7 8 9 10 ਪੁਆਇੰਟ ਵੀ ਡਰਾ ਕਰਾਂਗੇ। ਇੱਕ ਵਾਰ ਜਦੋਂ ਇਹ ਇੱਕ ਡੈਸ਼ ਦੁਆਰਾ ਕੀਤਾ ਜਾਂਦਾ, ਤਾਂ AB ਦੇ ਲਾਈਨ ਪੈਰਲਲ ਡਰਾ ਕਰੋ। ਇੱਕ ਡੈਸ਼ ਇਹ ਪੁਆਇੰਟ ਹੈ। AB ਲਾਈਨ ਇਹ ਹੈ। ਇਸ ਦੇ ਪੈਰਲਲ ਅਸੀਂ ਇੱਕ ਲਾਈਨ ਡਰਾ ਕਰਾਂਗੇ। ਸਿਮਿਲਰਲੀ 2 ਡੈਸ਼ 3 ਡੈਸ਼ ਇੰਟਰਸੈਕਟਿੰਗ ਪੁਆਇੰਟ 4 ਡੈਸ਼ 5 ਡੈਸ਼ ਤੇ ਅਸੀਂ ਡਰਾ ਕਰਾਂਗੇ। ਇੱਕ ਜਦੋਂ ਅਸੀਂ ਇਸ ਤੋਂ ਬਾਅਦ ਕਰਦੇ ਹਾਂ, ਸਾਡੇ ਕੋਲ ਇਹ ਇੰਟਰਸੈਕਸ਼ਨ ਪੁਆਇੰਟ ਹੁੰਦੇ ਹਨ, ਜੋ ਇਨਰ ਸਰਕਲ ਤੋਂ ਦੂਰ ਹੁੰਦੇ ਹਨ ਅਤੇ ਉਸ ਆਊਟਰ ਸਰਕਲ ਵਿੱਚ ਹੁੰਦੇ ਹਨ। ਇਸ ਲਈ ਇਹਨਾਂ ਪੁਆਇੰਟਾਂ ਨੂੰ ਅਸੀਂ P1 P2 P3 ਦੇ ਰੂਪ ਵਿੱਚ ਨਾਮ ਦੇਵਾਂਗੇ। ਇਹ P3 ਹੈ ਜੋ ਪਹਿਲਾਂ ਹੀ ਸੀ। P4 P5 ਅਤੇ B ਹੈ। ਅਤੇ ਇਸ ਤਰ੍ਹਾਂ ਦੇ ਹੋਰ। ਜਦੋਂ ਸਾਡੇ ਕੋਲ ਇਹ ਪੁਆਇੰਟ ਹੋ ਜਾਂਦੇ ਹਨ, ਅਸੀਂ ਉਹਨਾਂ ਨੂੰ ਜੁਆਇਨ ਕਰਦੇ ਹਾਂ, ਤਾਂ ਜੋ ਅਸੀਂ ਉਸ ਇਲਿਪਸ ਦਾ ਟੌਪ ਪਾਰਟ ਪ੍ਰਾਪਤ ਕਰ ਲਵਾਂਗੇ। ਇਸ ਲਈ ਆਓ ਪੇਜ ਤੇ ਅਜਿਹਾ ਕਰੀਏ। ਮੇਜਰ ਐਕਸਿਸ ਵਾਲਾ ਇਲਿਪਸ 70 ਮਿਲੀਮੀਟਰ ਹੈ। ਤਾਂ ਆਓ ਅਸੀਂ 70 ਮਿਲੀਮੀਟਰ ਡਰਾ ਕਰੀਏ। ਪਹਿਲਾ ਪੁਆਇੰਟ ਅਸੀਂ ਉੱਥੇ ਮਾਰਕ ਕਰ ਰਹੇ ਹਾਂ। 70 ਮਿਲੀਮੀਟਰ ਨੂੰ ਅਸੀਂ ਮਾਰਕ ਕਰ ਰਹੇ ਹਾਂ। ਇਹ ਇੱਕ ਹੈ ਅਤੇ ਇਹ ਹੋਰ ਮੇਜਰ ਐਕਸਿਸ ਹੈ। ਇਸ ਲਈ ਬਾਇਸੈਕਟਰ ਦੀ ਵਰਤੋਂ ਕਰਕੇ ਅਸੀਂ ਅਸਲ ਵਿੱਚ ਸੈਂਟਰ ਦੀ ਪਛਾਣ ਕਰਨ ਦੀ ਪੋਜੀਸ਼ਨ ਵਿੱਚ ਹੋਵਾਂਗੇ। ਨਹੀਂ ਤਾਂ ਹੁਣ ਇਹ 35 ਯੂਨਿਟਾਂ ਹਨ। ਇੱਕ ਵਾਰ ਇਹ ਹੋ ਜਾਣ ਤੋਂ ਬਾਅਦ ਅਸੀਂ ਇੱਕ ਸਰਕਲ ਕੰਸਟਰਕਟ ਕਰਾਂਗੇ ਜੋ ਦੋਨਾਂ ਪੁਆਇੰਟ ਵਿੱਚੋਂ ਲੰਘਦਾ ਹੈ। ਆਓ ਉਹਨਾਂ ਦੇ ਨਾਮ ਦਈਏ। ਪਹਿਲਾ ਪੁਆਇੰਟ A, ਦੂਜਾ ਪੁਆਇੰਟ B ਹੈ। ਆਓ ਇਸ ਸੈਂਟਰ ਨੂੰ O ਕਹਿੰਦੇ ਹਾਂ। ਸਾਨੂੰ ਇੱਕ ਪਰਪੈਂਡੀਕੁਲਰ ਲਾਈਨ ਡਰਾ ਕਰਨੀ ਪਵੇਗੀ। ਤਾਂ ਜੇ ਸਾਡੇ ਕੋਲ ਡਰਾਫਟਰ ਹੈ, ਇਹ ਆਸਾਨ ਹੈ। ਨਹੀਂ ਤਾਂ ਅਸੀਂ ਸਕੇਲਾਂ ਦੇ ਇਸ ਸੈੱਟ ਦੀ ਵਰਤੋਂ ਕਰਦੇ ਅਤੇ ਇਸ ਲਾਈਨ ਨੂੰ ਵਧਾਉਂਦੇ ਹਾਂ। ਇਸ ਲਈ ਸੈਂਟਰ ਕੀਤਾ ਜਾਵੇਗਾ। ਉਸ ਤੋਂ ਬਾਅਦ ਸਾਨੂੰ 40 ਐਕਸਿਸ ਡਾਇਆਮੀਟਰ ਸਰਕਲ ਡਰਾ ਕਰਨਾ ਹੋਵੇਗਾ, ਜਿਸ ਦਾ ਮਤਲਬ ਹੈ 20 ਮਿਲੀਮੀਟਰ ਰੇਡੀਅਸ। ਅਸੀਂ ਇਹ 20 ਮਿਲੀਮੀਟਰ ਚੁਣਨ ਜਾ ਰਹੇ ਹਾਂ। ਇਸ ਲਈ ਧਿਆਨ ਨਾਲ ਇੱਥੋਂ 20 ਮਿਲੀਮੀਟਰ ਦਾ ਮਾਪ ਚੁਣੋ। ਇੱਕ ਸਰਕਲ ਡਰਾ ਕਰੋ। ਉਸ ਤੋਂ ਬਾਅਦ ਸਾਨੂੰ ਇਸ ਨੂੰ ਡਿਵਾਈਡ ਕਰਨਾ ਪਵੇਗਾ। ਤਾਂ ਆਓ ਇਸ ਪੁਆਇੰਟ ਨੂੰ C ਅਤੇ D ਦਾ ਨਾਮ ਦੇਈਏ। ਇੱਕ ਵਾਰ ਇਹ ਹੋ ਜਾਣ ਤੋਂ ਬਾਅਦ ਸਾਨੂੰ ਇਸ ਨੂੰ 12 ਇਕੁਅਲ ਪਾਰਟ ਵਿੱਚ ਡਿਵਾਈਡ ਕਰਨਾ ਹੋਵੇਗਾ। ਆਓ ਇਸ ਫਿਗਰ ਦੇ ਪਹਿਲੇ ਪਾਰਟ, ਦੂਜੇ ਤੀਜੇ ਪਾਰਟ ਦੀ ਤਰ੍ਹਾਂ ਗਿਣੀਏ।
ਇਸ ਲਈ ਤੀਜੇ ਪਾਠ ਦਾ ਮਤਲਬ ਹੈ ਕਿ ਆਓ ਆਪਣੇ ਪ੍ਰੋਟਰੈਕਟਰ ਨੂੰ 30 ਡਿਗਰੀ, ਦੁਬਾਰਾ 60 ਡਿਗਰੀ ਅਤੇ 90 ਡਿਗਰੀ ਦੀ ਵਰਤੋਂ ਕਰੀਏ। ਆਓ ਇਹਨਾਂ ਲਾਈਨਾਂ ਨੂੰ ਜੁਆਇਨ ਕਰੀਏ। ਅਤੇ ਸਿਮਿਲਰਲੀ ਇਹਨਾਂ ਪੁਆਇੰਟ ਨੂੰ ਜੁਆਇਨ ਕਰੋ। ਸਿਮਿਲਰਲੀ ਇਸ ਸਾਈਡ ਤੇ ਵੀ ਇਹਨਾਂ ਪੁਆਇੰਟ ਨੂੰ 60 ਡਿਗਰੀ ਅਤੇ ਇਸ ਸਾਈਡ ਤੇ 30 ਡਿਗਰੀ ਮਾਰਕ ਕਰੋ। ਆਓ ਇਸ ਰਾਹੀਂ ਜੁਆਇਨ ਕਰੀਏ। ਇਸ ਲਈ ਅਸੀਂ 12 ਪਾਰਟ ਬਣਾਉਂਦੇ ਹਾਂ। ਆਓ ਇਹਨਾਂ ਨੂੰ ਲੇਬਲ ਕਰੀਏ। A ਪੁਆਇੰਟ 1 2 3 4 5 6 ਇਹ 7 8 9 10 ਪੁਆਇੰਟ ਹਨ। ਇਸੇ ਤਰ੍ਹਾਂ ਪੁਆਇੰਟ ਦੇ ਅੰਦਰ 1 ਪ੍ਰਾਈਮ 2 ਪ੍ਰਾਈਮ 3 ਪ੍ਰਾਈਮ ਜੋ ਕਿ C ਪੁਆਇੰਟ ਹੈ। ਅਗਲੇ 1 4 ਪ੍ਰਾਈਮ 5 ਪ੍ਰਾਈਮ ਹੈ ਅਤੇ ਇਹ 6 ਪ੍ਰਾਈਮ B ਹੈ। ਕੋਈ ਵੀ ਪੁਆਇੰਟ ਉੱਥੇ ਹੈ। ਇਸ ਲਈ ਆਓ ਅਸੀਂ 6 ਪ੍ਰਾਈਮ 7 ਪ੍ਰਾਈਮ 8 ਪ੍ਰਾਈਮ 9 ਪ੍ਰਾਈਮ 10 ਪ੍ਰਾਈਮ ਕਹੀਏ। ਹੁਣ ਸਾਨੂੰ ਕੀ ਕਰਨਾ ਹੈ? ਦੂਜਾ ਸਟੈਪ। ਆਓ ਦੇਖੀਏ ਕਿ ਦੂਜਾ ਸਟੈਪ ਹੈ। ਇੱਕ ਦੁਆਰਾ CD ਦੇ ਲਾਈਨ ਪੈਰਲਲ ਡਰਾ ਕਰੋ। ਇਸ ਲਈ ਇੱਕ ਦੁਆਰਾ CD ਦੇ ਲਾਈਨ ਪੈਰਲਲ ਡਰਾ ਕਰੋ। ਇਸ ਲਈ ਜੇਕਰ ਸਾਡੇ ਕੋਲ ਇਹ ਰੂਲਰ ਸਕੇਲ ਹੈ ਤਾਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਡਰਾ ਕਰ ਸਕਦੇ ਹਾਂ। ਨਹੀਂ ਤਾਂ ਆਓ ਅਸੀਂ ਆਪਣੇ ਸਕੇਲ ਦੀ ਵਰਤੋਂ ਕਰੀਏ। ਸਾਡੇ ਕੋਲ ਇਹ 90 ਡਿਗਰੀ ਲਾਈਨ ਹੈ। ਕਿਉਂਕਿ ਉਹ ਦੋ ਵਿਭਾਗ ਕਰ ਰਹੀਆਂ ਹਨ, ਇਸ ਲਈ ਸਕੇਲ ਨੂੰ ਧਿਆਨ ਨਾਲ ਵਿਵਸਥਿਤ ਕਰੋ। ਅਤੇ ਇੱਕ ਪੈਰਲਲ ਲਾਈਨ ਡਰਾ ਕਰੋ। ਸਿਮਿਲਰਲੀ 2 ਤੇ ਇੱਕ ਪੈਰਲਲ ਲਾਈਨ ਡਰਾ ਕਰੋ। ਤਿੰਨ ਪਹਿਲਾਂ ਹੀ ਮੌਜੂਦ ਹੈ। 4 ਤੇ ਵੀ 5 ਵੀ ਡਰਾ ਕਰੋ। ਸਾਨੂੰ ਉਹ ਲਾਈਨ ਡਰਾ ਕਰਨੀ ਪਵੇਗੀ। ਇਸ ਲਈ ਆਓ ਇਹ ਕਰੀਏ 5। ਇਸ ਲਈ ਵਰਟੀਕਲ ਲਾਈਨ ਅਸੀਂ ਡਰਾ ਕੀਤੀਆਂ ਹਨ। ਹੁਣ ਇੱਕ ਪ੍ਰਾਈਮ ਤੋਂ ਅੱਗੇ ਸਾਨੂੰ ਹੋਰੀਜ਼ੋਨਟਲ ਡਰਾ ਕਰਨਾ ਪਵੇਗਾ। ਇੱਕ ਲਈ ਇਹ ਹੋਰੀਜ਼ੋਨਟਲ ਲਾਈਨ ਹੈ ਜੋ ਗਰਿਡ ਨਾਲ ਮੈਪ ਕੀਤੀ ਗਈ ਹੈ। ਇਸ ਲਈ ਆਓ ਇਸ ਪੁਆਇੰਟ ਨੂੰ P1 ਦੇ ਤੌਰ ਤੇ ਲੇਬਲ ਕਰੀਏ। ਸਿਮਿਲਰਲੀ 2 ਤੇ ਸਾਨੂੰ ਇਸ ਪੁਆਇੰਟ ਤੇ ਘੱਟ ਜਾਂ ਵੱਧ ਇੰਟਰਸੈਕਟ ਕਰਨ ਲਈ ਹੋਰੀਜ਼ੋਨਟਲ ਲਾਈਨ ਡਰਾ ਕਰਨੀ ਪਵੇਗੀ। ਸਿਮਿਲਰਲੀ 4 ਤੇ ਵੀ ਇਸ ਪੁਆਇੰਟ ਨੂੰ ਇੰਟਰਸੈਕਟ ਕਰਦਾ ਹੈ। 5 ਤੇ ਇਹ ਬਿਲਕੁਲ ਗਰਿਡ ਮੈਪ ਤੇ ਹੈ। ਇਸ ਲਈ ਇਸ ਨਾਲ ਜੁੜੋ। ਇੱਕ ਵਾਰ ਇਹ ਹੋ ਜਾਣ ਤੋਂ ਬਾਅਦ ਉਹਨਾਂ ਨੂੰ P2 ਲੇਬਲ ਕਰੋ।
P3 ਪਹਿਲਾਂ ਹੀ ਮੌਜੂਦ ਹੈ। ਇਹ P4 P5 ਪੁਆਇੰਟ ਹੈ। ਹੁਣ ਇੱਕ ਫਰੀਹੈਂਡ ਸਕੈਚ ਡਰਾ ਕਰੋ ਜੋ A P2 C3 P4 P5 ਅਤੇ B ਵਿੱਚੋਂ ਲੰਘ ਰਿਹਾ ਹੈ। ਇਸ ਲਈ, ਜੇਕਰ ਸਾਡੇ ਕੋਲ ਫ੍ਰੈਂਚ ਕਰਵ ਹਨ ਤਾਂ ਕੋਈ ਆਸਾਨੀ ਨਾਲ ਇੱਕ ਸਮੂਥ ਲਾਈਨ ਕੰਸਟਰਕਟ ਕਰ ਸਕਦਾ ਹੈ, ਜੋ ਕਿ C P4 P5 ਅਤੇ B ਵਿੱਚੋਂ ਲੰਘ ਰਿਹਾ ਹੈ। ਬਾਟਮ ਲਾਈਨਾਂ ਤੇ ਵੀ ਕੰਸਟਰਕਟ ਕਰਨ ਦੀ ਪੋਜੀਸ਼ਨ ਹੋਵੇਗੀ। ਆਓ ਉਹਨਾਂ ਨੂੰ ਕੰਸਟਰਕਟ ਕਰੀਏ। ਇਸ ਲਈ 1 ਅਤੇ 10 ਪੁਆਇੰਟ ਇੱਕੋ ਲਾਈਨ ਤੇ ਹਨ, ਅਤੇ 10 ਅਸੀਂ ਇਸ ਨੂੰ ਵਧਾਉਣਾ ਹੈ। ਸਿਮਿਲਰਲੀ 2 ਅਤੇ 9 ਪੁਆਇੰਟ ਇੱਕੋ ਲਾਈਨ ਤੇ ਹਨ। ਇਸ 9 ਅਤੇ 7 ਨੂੰ ਹੋਰੀਜ਼ੋਂਟਲ ਪਲੇਨ ਵਿੱਚ ਵੀ ਵਧਾਓ। ਇਸ ਲਈ, ਜਿੱਥੇ ਕਿਤੇ ਵੀ ਇਹ ਇੱਕ ਦੂਜੇ ਨੂੰ ਇੰਟਰਸੈਕਟ ਕਰ ਰਿਹਾ ਹੈ ਉਹਨਾਂ ਪੁਆਇੰਟ ਨੂੰ ਲੋਕੇਟ ਕਰੋ। ਇਹ ਲਾਈਨਾਂ ਵੀ ਐਕਸਟੈਂਡੇਬਲ ਹਨ, ਅਤੇ ਇਹ ਇੱਕ ਹੋਰ ਪੁਆਇੰਟ ਹੈ। ਇਸ ਲਈ, ਆਓ ਇਸ ਦਾ ਨਾਮ ਦਈਏ। ਇਸ 5 ਨੂੰ ਵੀ ਇਸ ਪੁਆਇੰਟ ਤੇ ਵੀ ਵਧਾਓ। ਜੇਕਰ ਸਾਡੇ ਕੋਲ ਪੁਆਇੰਟ ਦੀ ਜ਼ਿਆਦਾ ਗਿਣਤੀ ਹੈ, ਤਾਂ ਕਰਵ ਵਧੀਆ ਅਤੇ ਸਮੂਥ ਦਿਖਾਈ ਦਿੰਦਾ ਹੈ। ਇਸ ਲਈ, ਆਓ ਅਸੀਂ ਫਰੀਹੈਂਡ ਸਕੈਚ ਨਾਲ ਜੁੜੀਏ। ਇਸ ਤਰੀਕੇ ਨਾਲ ਕੋਈ ਇਸ ਨੂੰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਜੇਕਰ ਸਾਡੇ ਕੋਲ 24 ਪੁਆਇੰਟ ਜਾਂ ਸ਼ਾਇਦ 48 ਪੁਆਇੰਟ ਹਨ, ਤਾਂ ਸਾਨੂੰ ਬਿਹਤਰ ਪਿਕਚਰ ਮਿਲਦੀ ਹੈ। ਇਹ ਇੱਕ ਇਲਿਪਸ ਹੈ। ਇਹ ਕੌਨਸੈਂਟ੍ਰਿਕ ਸਰਕਲ ਮੈਥਡ ਦੁਆਰਾ ਹੈ। ਜੇਕਰ ਅਸੀਂ ਜਾਣਦੇ ਹਾਂ ਕਿ ਮੇਜਰ ਐਕਸਿਸ ਮਾਈਨਰ ਐਕਸਿਸ ਇੱਕ ਇਸ ਨੂੰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਇਸ ਲਈ, ਅਸੀਂ ਹੋਰੀਜ਼ੋਂਟਲ ਕਾਈਂਡ ਦੇ ਇਲਿਪਸ ਨਾਲ ਕੀਤਾ ਹੈ। ਜੇਕਰ ਅਸੀਂ ਵਰਟੀਕਲ ਇਲਿਪਸ ਕੰਸਟਰਕਟ ਕਰਨਾ ਚਾਹੁੰਦੇ ਹਾਂ, ਜਿਸ ਦਾ ਮਤਲਬ ਹੈ ਮੇਜਰ ਐਕਸਿਸ x ਐਕਸਿਸ ਨਾਲ ਇਕਸਾਰ ਹੈ, ਹੁਣ ਹੋਰੀਜ਼ੋਂਟਲ ਪਲੇਨ ਹੈ ਕਿ ਜੇਕਰ ਇਹ ਵਰਟੀਕਲ ਐਕਸਿਸ ਨਾਲ ਇਕਸਾਰ ਹੈ ਤਾਂ ਸਾਨੂੰ ਉਹੀ ਪ੍ਰਕਿਰਿਆ ਕਰਨੀ ਪਵੇਗੀ। ਇਸ ਇੱਕ ਲਾਈਨ ਦੀ ਡਰਾਪਿੰਗ ਕਰੋ। ਡਰਾਇੰਗ ਕਰਨ ਦੀ ਬਜਾਏ, ਅਸੀਂ ਇਸ ਨੂੰ ਸਾਰੇ ਤਰੀਕੇ ਨਾਲ ਪ੍ਰੋਜੈਕਟ ਕਰਨ ਜਾ ਰਹੇ ਹਾਂ ਜਿਵੇਂ ਕਿ ਇਹ ਇੱਕ ਲਾਈਨ ਹੋਰੀਜ਼ੋਂਟਲ ਐਕਸਿਸ ਵਿੱਚ ਸਿਮਟਰੀ ਦੁਆਰਾ ਹੋਰ ਸਮਾਨ ਹੈ। ਇਹ ਇਸ ਕਾਈਂਡ ਦਾ ਸਰਕਲ ਬਣਦਾ ਹੈ। ਕਿਰਪਾ ਕਰਕੇ ਇਸ ਉਦਾਹਰਣ ਦਾ ਅਭਿਆਸ ਕਰੋ। ਠੀਕ ਹੈ। ਇਸ ਕੰਸੈਂਟ੍ਰਿਕ ਸਰਕਲ ਮੈਥਡ ਨੂੰ ਕਰਨ ਤੋਂ ਬਾਅਦ, ਅਸੀਂ ਓਬਲੋਂਗ ਮੈਥਡ ਨਾਲ ਜਾਵਾਂਗੇ। ਇਸ ਓਬਲੋਂਗ ਮੈਥਡ ਵਿੱਚ, ਅਸੀਂ ਮੇਜਰ ਐਕਸਿਸ 100 ਮਿਲੀਮੀਟਰ ਤੇ ਅਸਲ ਵਿੱਚ ਇੱਕ ਰੈਕਟੈਂਗਲ ਬੇਸ ਕੰਸਟਰਕਟ ਕਰਦੇ ਹਾਂ। ਇੱਥੇ ਉਦਾਹਰਣ ਮਾਈਨਰ ਐਕਸਿਸ 50 ਮਿਲੀਮੀਟਰ ਹੈ। ਇਸ ਲਈ, ਇਸ ਇਲਿਪਸ ਲਈ ਮੇਜਰ ਐਕਸਿਸ A ਤੋਂ B ਤੱਕ ਹੈ। ਇਹ 100 ਮਿਲੀਮੀਟਰ ਹੈ ਅਤੇ ਇਸ ਇਲਿਪਸ ਲਈ ਮਾਈਨਰ ਐਕਸਿਸ 50 ਮਿਲੀਮੀਟਰ ਹੈ। ਇਸ ਪਰਪਸ ਲਈ, ਸਾਨੂੰ ਕੀ ਕਰਨਾ ਹੈ? ਸਭ ਤੋਂ ਪਹਿਲਾਂ, AB ਲਾਈਨ ਡਰਾ ਕਰੋ। CD ਲਾਈਨ ਔਰਥੋਗੋਨਲ ਇੱਕ ਦੂਜੇ ਵੱਲ ਡਰਾ ਕਰੋ। ਫਿਰ ਇੱਕ ਬੋਕਸ, ਇੱਕ ਰੈਕਟੈਂਗੂਲਰ ਬੋਕਸ
ਕੰਸਟਰਕਟ ਕਰੋ ਜਿੱਥੇ EFAB ਲਾਈਨ ਦੇ ਇਕੁਅਲ ਹੈ। ਫਿਰ ਇਹ O ਅਤੇ E ਨੂੰ ਪੁਆਇੰਟ ਦੀ ਇੱਕੋ ਸੰਖਿਆ ਵਿੱਚ ਡਿਵਾਈਡ ਕਰੋ। ਆਓ ਦੇਖੀਏ ਕਿ ਇੰਟਰਸੈਕਟਿੰਗ ਪੁਆਇੰਟ ਕੀ ਹੈ। O ਇਹ ਪੁਆਇੰਟ A ਹੈ B C D ਰੈਕਟੈਂਗਲ ਲਈ ਇਹ H G F ਅਤੇ E ਹੈ। ਹੁਣ AO ਅਤੇ AE ਨੂੰ ਡਿਵਾਈਡ ਕਰੋ। AO A1 ਹੈ। AE ਕੀ? ਇਹ ਉਸ ਰੈਕਟੈਂਗਲ ਦਾ A ਕੁਆਡਰੈਂਟ ਹੈ। ਇਕੁਅਲ ਪਾਰਟ ਦੀ ਇੱਕੋ ਨੰਬਰ ਵਿੱਚ ਆਓ ਦੱਸੀਏ। ਜੇਕਰ ਸਾਡੇ ਕੋਲ 50 ਪੁਆਇੰਟ ਹਨ, ਤਾਂ ਐਕੂਰੇਸੀ ਵਧੀਆ ਹੋਵੇਗੀ ਅਤੇ ਸਾਡੇ ਕੋਲ ਇੱਕ ਬਹੁਤ ਹੀ ਸਮੂਥ ਕਰਵ ਹੋਵੇਗਾ। ਜੇਕਰ ਸਾਡੇ ਕੋਲ ਪੁਆਇੰਟ ਦੀ ਗਿਣਤੀ ਘੱਟ ਹੈ, ਤਾਂ ਹੋ ਸਕਦਾ ਹੈ ਕਿ ਇਹ ਬਹੁਤ ਸਮੂਥ ਕਰਵ ਨਾ ਹੋਵੇ, ਸਿਰਫ ਇਹੀ ਡਿਫਰੈਂਸ ਹੈ। ਇਸ ਲਈ ਅਸੀਂ ਕੀ ਕਰਨ ਜਾ ਰਹੇ ਹਾਂ, AO ਨੂੰ 5 ਪਾਰਟ ਦੀ ਇਕੁਅਲ ਨੰਬਰ ਵਿੱਚ ਡਿਵਾਈਡ ਕਰਨਾ ਹੈ। ਉਹ ਪਹਿਲਾ ਪਾਰਟ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਪਾਰਟ ਹੈ। ਕਿਉਂਕਿ ਇਹ ਇੱਕ ਹੋਰੀਜ਼ੋਨਟਲ 100 ਮਿਲੀਮੀਟਰ ਹੈ, ਕਿ ਸਾਡੇ ਲਈ 5 ਇਕੁਅਲ ਪਾਰਟ ਵਿੱਚ ਡਿਵਾਈਡ ਕਰਨਾ ਆਸਾਨ ਹੈ। ਜੇਕਰ ਇਹ 100 ਮਿਲੀਮੀਟਰ ਨਹੀਂ ਹੈ, ਜਿਵੇਂ ਕਿ 100 ਉਸ ਨੰਬਰ ਦੁਆਰਾ ਫ੍ਰੈਕਸ਼ਨ ਕਾਇੰਡ ਦਾ ਹੈ, ਤਾਂ ਅਸੀਂ ਇਨਕਲਾਈਨਡ ਲਾਈਨ ਦੀ ਵਰਤੋਂ ਕਰਦੇ ਹਾਂ। ਫਿਰ ਉੱਥੋਂ ਅਸੀਂ ਕੋਸ਼ਿਸ਼ ਕਰਦੇ ਹਾਂ 5 ਇਕੁਅਲ ਪਾਰਟ ਵਿੱਚ ਡਿਵਾਈਡ ਕਰੋ ਅਤੇ ਲਾਈਨ ਨੂੰ ਜੋੜੋ ਅਤੇ ਜੋ ਅਸੀਂ ਦੇਖਿਆ ਹੈ, ਇਸ ਤਰ੍ਹਾਂ ਇੱਕ ਲਾਈਨ ਦੀ ਇਸ ਡਿਵੀਜ਼ਨ ਨੂੰ ਕੰਸਟਰਕਟ ਕਰਨਾ ਪੈਂਦਾ ਹੈ। ਉਦਾਹਰਨ ਲਈ ਇੱਥੇ ਕਲਾਸ ਦੇ ਪਰਪਸ ਲਈ ਇੱਕ ਇਨਕਲਾਈਨਡ ਲਾਈਨ ਡਰਾ ਕੀਤੀ ਗਈ ਹੈ, ਜੋ ਕਿ ਆਰਕ ਵਿੱਚ ਡਿਵਾਈਡ ਹੋ ਗਈ ਹੈ, ਜਿਵੇਂ ਕਿ ਅਸੀਂ ਪਿਛਲੀ ਕਲਾਸ ਵਿੱਚ ਕੰਸਟਰਕਟ ਕੀਤਾ ਹੈ। 5 ਆਰਕ ਇਕੁਅਲ ਡਿਵੀਜ਼ਨ ਵਰਗੀ ਕੋਈ ਚੀਜ਼। ਫਿਰ ਆਖਰੀ ਪੁਆਇੰਟ ਨੂੰ ਇਸ ਪਹਿਲੇ ਪੁਆਇੰਟ ਨਾਲ ਜੋੜਨਾ ਪੈਂਦਾ ਹੈ, ਫਿਰ ਉਸ ਦੇ ਪੈਰਲਲ ਲਾਈਨਾਂ ਕੰਸਟਰਕਟ ਕਰਨੀ ਹੁੰਦੀ ਹੈ। ਇਸ ਲਈ ਕਿ ਸਾਡੇ ਕੋਲ ਥੈਂਕ ਲਾਈਨ ਵਾਲੇ ਪੋਰਸ਼ਨ ਹੋਣਗੇ, ਜੋ ਇਸ ਨੂੰ ਕੰਸਟਰਕਟ ਕਰਨ ਦਾ ਤਰੀਕਾ ਹੈ। ਇਸ ਲਈ ਇੱਥੇ ਅਸੀਂ 5 ਇਕੁਅਲ ਪਾਰਟ ਵਿੱਚ ਡਿਵਾਈਡ ਕੀਤਾ ਹੈ ਅਤੇ 5 ਇਕੁਅਲ ਪਾਰਟ ਹਨ। ਫਿਰ ਉਸ AOE ਨੂੰ ਇਕੁਅਲ ਪਾਰਟ ਦੀ ਇੱਕੋ ਨੰਬਰ ਵਿੱਚ ਡਿਵਾਈਡ ਕਰਨ ਤੋਂ ਬਾਅਦ ਨਾਮ ਦਿਓ। ਆਓ 5 ਕਹੀਏ। ਡਿਵੀਜ਼ਨ ਨੂੰ 1, 2, 3, 4 ਦੇ ਰੂਪ ਵਿੱਚ ਨੰਬਰ ਕਰੋ। ਇਸ ਲਈ ਡਿਵੀਜ਼ਨ ਇਹ ਹੈ ਕਿ ਇਹ ਪਹਿਲਾ, ਦੂਜਾ ਪੁਆਇੰਟ, ਤੀਜਾ ਪੁਆਇੰਟ, ਚੌਥਾ ਪੁਆਇੰਟ ਅਤੇ 8ਵਾਂ ਪੁਆਇੰਟ ਹੈ। ਸਿਮਿਲਰਲੀ 1 ਪ੍ਰਾਈਮ, 2 ਪ੍ਰਾਈਮ, ਹੋਰੀਜ਼ੋਨਟਲ ਐਕਸਿਸ ਤੇ 3 ਪ੍ਰਾਈਮ, 1 ਪ੍ਰਾਈਮ, 2 ਪ੍ਰਾਈਮ, 3 ਪ੍ਰਾਈਮ, 4 ਪ੍ਰਾਈਮ ਅਤੇ ਉਹ ਇੱਕ ਵਾਰ ਇਸ ਨੂੰ 1, 2, 3 ਪੁਆਇੰਟ C ਨਾਲ C ਵਿੱਚ ਜੋੜਨ ਦੇ ਬਾਅਦ ਇਹ 1, 2, 3 ਸਾਈਡ ਦੇ ਐਕਸਿਸ ਤੇ 1, 2, 3, 4 ਹੈ। ਇਸ ਲਈ ਉੱਥੋਂ ਲਾਈਨਾਂ ਡਰਾ ਕਰੋ। ਪਹਿਲਾ, ਦੂਜਾ, ਤੀਜਾ, ਚੌਥਾ। C ਤੋਂ ਅਸੀਂ 1, 2, 3 ਅਤੇ 4 ਪੁਆਇੰਟਾਂ ਨੂੰ ਜੋੜਨ ਜਾ ਰਹੇ ਹਾਂ। ਇੱਕ ਵਾਰ ਜਦੋਂ ਇਹ ਹੋ ਜਾਂਦਾ ਹੈ, ਤਾਂ D ਨੂੰ 1 ਪ੍ਰਾਈਮ ਅਤੇ ਇਸ ਤਰ੍ਹਾਂ ਨਾਲ ਜੋੜੋ। ਇਸ ਲਈ D ਤੋਂ ਵੀ ਅਸੀਂ 1 ਪ੍ਰਾਈਮ, 2 ਪ੍ਰਾਈਮ ਨੂੰ ਜੋੜਨ ਜਾ ਰਹੇ ਹਾਂ। ਇਸ ਲਈ C ਇਸ ਸਾਈਡ ਹੈ, D ਦੂਜੇ ਸਾਈਡ ਹੈ। C ਨੂੰ ਇਸ ਐਕਸਿਸ ਦੇ ਵਰਟੀਕਲ ਐਕਸਿਸ ਨਾਲ ਜੋੜੋ। D ਨੂੰ ਹੋਰੀਜ਼ੋਨਟਲ ਐਕਸਿਸ ਨਾਲ ਜੋੜੋ। ਇਸ ਲਈ 1 ਪ੍ਰਾਈਮ, 2 ਪ੍ਰਾਈਮ, 3 ਪ੍ਰਾਈਮ, 4 ਪ੍ਰਾਈਮ ਇਸ ਨੂੰ ਪ੍ਰਾਪਤ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਇਸ ਲਈ ਇਹਨਾਂ ਸਾਰੀਆਂ ਲਾਈਨਾਂ ਨੂੰ ਵਧਾਓ। ਜਿੱਥੇ ਕਿਤੇ ਵੀ ਚੌਥੀ ਲਾਈਨ ਇਸ ਨੂੰ ਵਧਾਉਂਦੀ ਹੈ, ਤੀਜੀ ਲਾਈਨ ਵੀ ਇਸ ਨੂੰ ਵਧਾਉਂਦੀ ਹੈ, ਦੂਜੀ ਲਾਈਨ ਵੀ ਇਸ ਨੂੰ ਫੈਲਾਉਂਦੀ ਹੈ, ਪਹਿਲੀ ਲਾਈਨ ਵੀ ਇਸ ਨੂੰ ਵਧਾਉਂਦੀ ਹੈ। ਇੱਥੇ ਉਦਾਹਰਨ ਲਈ ਅਸੀਂ ਜੋ ਵੀ ਲਾਈਨ ਵਧਾ ਰਹੇ ਹਾਂ, ਆਓ ਆਪਾਂ ਇੱਕ ਨੂੰ ਚੁਣੀਏ। ਆਓ ਅਸੀਂ ਪਹਿਲੇ ਪੁਆਇੰਟ C ਤੋਂ 1 ਨੂੰ ਚੁਣੀਏ। ਇਹ ਉਸ ਪੁਆਇੰਟ ਤੱਕ ਐਕਸਿਸ ਚਲੀ ਜਾਂਦੀ ਹੈ। ਜਦੋਂ ਅਸੀਂ D ਤੋਂ 1 ਡੈਸ਼ ਵਿੱਚ ਜੁਆਇਨ ਹੁੰਦੇ ਹਾਂ, ਤਾਂ ਇਹ ਲਾਈਨ ਉਸ ਪੁਆਇੰਟ ਤੇ ਇੱਕ ਦੂਜੇ ਨੂੰ ਇੰਟਰਸੈਕਟ ਕਰਦੀ ਹੈ ਅਤੇ ਅੰਤ ਵਿੱਚ ਸਾਰੇ ਤਰੀਕੇ ਨਾਲ ਜਾਂਦੀ ਹੈ। ਇਸ ਲਈ ਜਿੱਥੇ ਵੀ ਇਹ ਇੱਕ ਦੂਜੇ ਨੂੰ ਇੰਟਰਸੈਕਟ ਕਰ ਰਿਹਾ ਹੈ, ਆਓ ਇਸ ਨੂੰ ਰੋਕੀਏ। ਆਓ ਅਸੀਂ ਉਸ ਪੁਆਇੰਟ ਨੂੰ P1 ਕਹਿੰਦੇ ਹਾਂ। ਸਿਮਿਲਰਲੀ C ਤੋਂ ਇੱਕ ਲਾਈਨ ਡਰਾ ਕਰਨ ਲਈ ਵਰਟੀਕਲ ਐਕਸਿਸ ਤੱਕ
ਇੱਕ ਵਾਰ ਜਦੋਂ ਇਹ D ਪੁਆਇੰਟ ਤੋਂ ਹੋ ਜਾਂਦਾ ਹੈ, ਤਾਂ ਸਾਨੂੰ ਇਸ ਨੂੰ ਰੋਕਣਾ ਹੋਵੇਗਾ ਜਿੱਥੇ ਇਹ ਦੋ ਨੂੰ ਇੰਟਰਸੈਕਟ ਕਰਦਾ ਹੈ। ਇਸ ਲਈ, ਅਸੀਂ ਪਛਾਣੀ ਗਈ ਲਾਈਨ ਬਾਏ ਲਾਈਨ ਫਿਰ P2, P3, P4 ਅਤੇ ਅਗਲੇ ਪੁਆਇੰਟ ਨੂੰ ਇੰਡੀਕੇਟ ਕਰਦਾ ਹਾਂ। ਇਸ ਲਈ, ਇੱਕ ਵਾਰ ਜਦੋਂ ਇਹ ਤੋਂ ਹੋ ਜਾਂਦਾ ਹੈ, ਅਸੀਂ ਇਹ ਸਮੂਥ ਫਰੀਹੈਂਡ ਡਰਾ ਕਰਾਂਗੇ। ਇਸ ਐਲਿਪਸ ਦਾ ਇੱਕ ਕੁਆਡਰੈਂਟ ਕੰਸਟਰਕਟ ਕਰਨ ਦਾ ਤਰੀਕਾ ਹੈ। ਇੱਕ ਵਾਰ ਜਦੋਂ ਇਹ ਇੱਕੋ ਪ੍ਰਕਿਰਿਆ ਹੋ ਜਾਂਦੀ ਹੈ, ਤਾਂ ਸਾਨੂੰ ਇਸ ਨੂੰ C ਤੋਂ ਦੁਹਰਾਉਣਾ ਪੈਂਦਾ ਹੈ। BF ਲਾਈਨ ਦੇ ਸਾਰੇ ਤਰੀਕੇ, ਜਿਵੇਂ ਕਿ 1, 2, 3, 4 ਵਿੱਚ ਡਿਵਾਈਡ ਕਰਕੇ ਇਹ ਲਾਈਨ ਡਰਾ ਕਰੋ, ਜੋ C ਵਾਇਆ 1 ਤੇ ਜਾਂਦੀ ਹੈ। ਸਿਮਿਲਰਲੀ, ਪੁਆਇੰਟ D ਤੋਂ 1 ਪ੍ਰਾਈਮ ਤੱਕ ਸਾਰੇ ਤਰੀਕੇ ਨਾਲ, ਜਿੱਥੇ ਕਿਤੇ ਵੀ ਇਹ ਇੱਕ ਦੂਜੇ ਨਾਲ ਇੰਟਰਸੈਕਟਿੰਗ ਹੈ ਉਸ ਪੁਆਇੰਟ ਨੂੰ ਦੇਖੋ। ਫਿਰ D ਤੋਂ 2 ਪ੍ਰਾਈਮ ਵਾਇਆ ਜਾਓ। ਅਤੇ ਸਿਮਿਲਰਲੀ C ਵਾਇਆ 2 ਜਿੱਥੇ ਵੀ ਇਹ P2 ਇੰਟਰਸੈਕਟਿੰਗ ਹੈ। ਇਸ ਲਈ, ਜੋ ਇਹਨਾਂ ਟੌਪ ਪੋਰਸ਼ਨ ਦੀ ਵੀ ਪਛਾਣ ਕਰਦੇ ਹਨ, ਕੋਈ ਉਸ ਨੂੰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਉਸੇ ਪ੍ਰਕਿਰਿਆ ਨੂੰ ਇਸ ਪਾਰਟ ਲਈ ਵੀ ਦੁਹਰਾਉਣਾ ਪੈਂਦਾ ਹੈ ਤਾਂ ਜੋ ਕੋਈ ਵਿਅਕਤੀ ਇਹਨਾਂ ਪੁਆਇੰਟ ਨੂੰ ਫਾਈ ਕਰਨ ਦੀ ਪੋਜੀਸ਼ਨ ਵਿੱਚ ਹੋਵੇ। ਇਸ ਕਰਵ ਨੂੰ ਕੰਸਟਰਕਟ ਕਰ ਸਕੇ। ਆਓ ਇਸ ਦੇ ਇੱਕ ਕੁਆਡਰੈਂਟ ਨੂੰ ਸੰਖੇਪ ਵਿੱਚ ਵੇਖੀਏ। ਇਸ ਦਾ ਮਤਲਬ ਹੈ ਕਿ ਅਸੀਂ ਇਸ ਰੈਕਟੈਂਗੂਲਰ ਬੌਕਸ ਨੂੰ ਡਰਾ ਕਰਾਂਗੇ ਅਤੇ ਫਿਰ ਇੱਕ ਐਲਿਪਸ ਦਾ ਇੱਕ ਚੌਥਾ ਕੁਆਡਰੈਂਟ ਕੰਸਟਰਕਟ ਕਰਾਂਗੇ। ਆਓ ਇਹ ਕਰੀਏ। ਸਭ ਤੋਂ ਪਹਿਲਾਂ ਇਹ 100 ਮਿਲੀਮੀਟਰ ਬਾਏ 50 ਮਿਲੀਮੀਟਰ ਹੈ। ਸਾਨੂੰ ਇਸ ਨੂੰ ਕੰਸਟਰਕਟ ਕਰਨਾ ਹੈ। ਇਸ ਲਈ, ਆਓ ਅਸੀਂ ਪੇਜ ਤੇ 100 ਮਿਲੀਮੀਟਰ ਨੋਟ ਕਰੀਏ। ਇਹ ਪੁਆਇੰਟ ਹਨ। ਫਿਰ 50 ਮਿਲੀਮੀਟਰ ਸਾਨੂੰ ਇਸ ਨੂੰ ਲੋਕੇਟ ਕਰਨਾ ਪਵੇਗਾ। ਇਹ ਪਰਪੈਂਡੀਕਿਊਲਰ ਬਾਇਸੈਕਟਰ ਡਰਾ ਕਰੋ। ਇਸ ਲਈ, ਇੱਥੇ ਕਿਉਂਕਿ ਇਹ 50 ਮਿਲੀਮੀਟਰ ਹੈ, ਇਸ ਲਈ ਸਾਡੇ ਲਈ ਇਸ ਗ੍ਰਾਫ ਸ਼ੀਟ ਤੇ 25 ਮਿਲੀਮੀਟਰ ਲੋਕੇਟ ਕਰਨਾ ਕਾਫੀ ਆਸਾਨ ਹੈ। 25 ਮੱਧ ਤੇ ਹੋਵੇਗਾ। ਇੱਕ ਵਾਰ ਸਾਡੇ ਕੋਲ ਇਹ ਹੋ ਜਾਣ ਤੇ ਅਸੀਂ ਇਹ ਪਰਪੈਂਡੀਕਿਊਲਰ ਲਾਈਨ ਕੰਸਟਰਕਟ ਕਰ ਸਕਦੇ ਹਾਂ। ਇਸ ਲਈ, ਇੱਕ ਵਾਰ ਇਹ ਪੂਰਾ ਹੋਣ ਤੋਂ ਬਾਅਦ, ਇਸ ਪਾਰਟ ਨੂੰ ਕੰਸਟਰਕਟ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ। ਇਸ ਲਈ, ਇਹ ਇਸ ਗ੍ਰਾਫ ਸ਼ੀਟ ਤੇ ਹੈ। ਇਸ ਲਈ ਅੱਗੇ ਵਧੋ ਸਾਰੇ ਤਰੀਕੇ ਨਾਲ ਹੇਠਾਂ ਕੰਸਟਰਕਟ ਕਰੋ। ਸਿਮਿਲਰਲੀ, ਗ੍ਰਾਫ ਸ਼ੀਟ ਤੇ ਸਾਰੇ ਤਰੀਕੇ ਨਾਲ ਹੇਠਾਂ ਕੰਸਟਰਕਟ ਕਰੋ। ਇਹ ਦੂਰੀ ਉਸੇ ਤਰ੍ਹਾਂ ਹੋਣੀ ਚਾਹੀਦੀ ਹੈ। ਇਸ ਲਈ ਇੱਥੋਂ, ਆਓ ਇਹਨਾਂ ਲਾਈਨਾਂ ਨੂੰ ਮਾਰਕ ਕਰਕੇ ਜੋੜੀਏ। ਇਸ ਲਈ, ਅਸੀਂ ਇਹ ਰੈਕਟੈਂਗਲ ਕੰਸਟਰਕਟ ਕੀਤਾ ਹੈ। ਆਓ ਇਸ ਨੂੰ ਨਾਮ ਦੇਈਏ। ਇੱਕ ਵਾਰ ਹੋ ਜਾਣ ਤੇ ਇਹ ਨਾਮ A, B, E, F, C, O, D, H, G ਦਿਓ।
ਹੁਣ ਸਾਨੂੰ ਡਿਵੀਜ਼ਨਾਂ ਦੀ ਇਕੁਅਲ ਗਿਣਤੀ ਵਿੱਚ ਡਿਵੀਜ਼ਨ ਕਰਨਾ ਪਏਗਾ। ਇੱਥੇ ਸਾਡੇ ਕੋਲ ਪਹਿਲਾਂ ਹੀ ਇਹ ਗਰਿਡ ਨੈਟਵਰਕ ਹੈ। ਇਸ ਲਈ ਆਓ ਇਸ ਨੂੰ ਇਕੁਅਲ ਪਾਰਟ ਵਿੱਚ ਡਿਵਾਈਡ ਕਰੀਏ। ਸ਼ਾਇਦ 1 2 3 4 ਇਸ ਲਈ 1 2 3 4 5 ਇਕੁਅਲ ਪਾਰਟ ਹਨ। ਪਰ ਹੁਣ ਅਸੀਂ ਅਸਲ ਵਿੱਚ ਇਹਨਾਂ ਇਕੁਅਲ ਪਾਰਟ ਨੂੰ 5 ਇਕੁਅਲ ਪਾਰਟ ਵਿੱਚ ਨਹੀਂ ਡਿਵਾਈਡ ਕਰ ਸਕਦੇ। ਇਸ ਲਈ ਫਰਦਰ ਪਰਪਸ ਜੋ ਸਾਨੂੰ ਕਰਨਾ ਹੈ ਉਹ ਹੈ ਇਸ ਕਿਸਮ ਦੀ ਲਾਈਨ ਵਰਗਾ ਕੁਝ ਡਰਾ ਕਰਨਾ ਹੈ। 5 ਇਕੁਅਲ ਪਾਰਟ ਨੂੰ ਲੋਕੇਟ ਕਰਨ ਲਈ ਆਪਣੇ ਕੰਪਸ ਦੀ ਵਰਤੋਂ ਕਰੋ। ਇੱਕ ਵਰਗਾ ਕੁਝ ਉਥੋਂ 2 3 4 5 1 ਵਾਰ ਇਹ ਹੋ ਜਾਣ ਤੋਂ ਬਾਅਦ ਇਹਨਾਂ ਡਿਵੀਜ਼ਨ ਨੂੰ ਜੋੜੋ। 1 ਉਸ ਲਾਈਨ ਦੇ ਪੈਰਲਲ ਜਾਓ। ਇਸ ਲਈ ਉਸ ਲਾਈਨ ਦੇ ਪੈਰਲਲ ਜਾਣ ਲਈ ਆਓ ਇੱਕ ਨੋਰਮਲ ਡਰਾ ਕਰੀਏ ਅਤੇ ਇਸ ਲਈ ਸਾਡੇ ਕੋਲ ਬਿਹਤਰ ਸਪੋਰਟ ਹੋਵੇਗਾ ਕਿਉਂਕਿ ਅਸੀਂ ਇੱਥੇ ਕੋਈ ਡਰਾਫਟਰ ਨਹੀਂ ਵਰਤ ਰਹੇ ਹਾਂ। ਇਸ ਲਈ ਸਾਡੇ ਲਈ ਇਸ ਦਿਸ਼ਾ 2 3 4 5 ਵਿੱਚ ਜਾਣਾ ਆਸਾਨ ਹੈ। ਇਸ ਲਈ ਇਹ ਤਰੀਕਾ ਹੈ 1 2 3 4 5। ਆਓ ਇਸ ਨੂੰ ਪੁਆਇੰਟਸ 1 2 3 4 ਦਾ ਨਾਮ ਦੇਈਏ। ਸਿਮਿਲਰਲੀ ਇਹ ਪੁਆਇੰਟ 1 ਪ੍ਰਾਈਮ 2 ਪ੍ਰਾਈਮ 3 ਪ੍ਰਾਈਮ 4 ਪ੍ਰਾਈਮ ਹਨ। ਹੁਣ ਸਾਨੂੰ C ਤੋਂ 4 C ਤੋਂ 1 ਅਤੇ ਇਸ ਤਰ੍ਹਾਂ ਹੋਰ ਕਰਨਾ ਹੈ। ਸਾਨੂੰ ਜੁੜਨਾ ਪਵੇਗਾ। ਇਸ ਲਈ ਆਓ C ਪੁਆਇੰਟ ਨੂੰ ਪਹਿਲੇ ਪੁਆਇੰਟ ਨਾਲ ਜੋੜਦੇ ਹਾਂ। ਇਸ ਲਈ C ਤੋਂ 1 ਆਓ ਇਸ ਨੂੰ 1 2 3 4 ਡਰਾ ਕਰੀਏ। ਸਿਮਿਲਰਲੀ D ਤੋਂ ਬਾਅਦ ਸਾਨੂੰ ਇਸ ਨੂੰ ਸਿਸਟੇਮੈਟਿਕਲੀ ਜੋੜਨਾ ਹੋਵੇਗਾ। ਇਹ ਲਾਈਨ ਜੋ ਇੱਕ ਵਿੱਚੋਂ ਲੰਘ ਰਹੀ ਹੈ ਅਤੇ ਇੱਥੇ ਇੱਕ ਦੂਜੇ ਨੂੰ ਇੰਟਰਸੈਕਟ ਕਰਦੀ ਹੈ। ਇੱਥੇ ਬਸ ਇਸ ਨੂੰ ਰੋਕੋ। D ਤੋਂ 2 ਪ੍ਰਾਈਮ 3 ਪ੍ਰਾਈਮ ਸਾਰੇ ਤਰੀਕੇ ਨਾਲ ਤੀਜੀ ਲਾਈਨ ਤੱਕ। ਉੱਥੇ 4 ਪ੍ਰਾਈਮ ਤੋਂ ਚੌਥੀ ਲਾਈਨ ਤੱਕ ਸਾਰੇ ਤਰੀਕੇ ਨਾਲ। ਹੁਣ ਪੁਆਇੰਟ ਨੂੰ ਮਾਰਕ ਕਰੋ। ਪਹਿਲਾ ਪੁਆਇੰਟ ਇਹ 1 ਦੂਜਾ ਤੀਜਾ ਚੌਥਾ ਪੰਜਵਾਂ ਅਤੇ ਇਹ ਹੈ। ਇਸ ਲਈ ਸਾਡਾ ਇਲਿਪਸ ਇਹਨਾਂ ਪੁਆਇੰਟ ਵਿੱਚੋਂ ਲੰਘਦਾ ਹੈ। ਇਹ ਉਹ ਤਰੀਕਾ ਹੈ ਜਿਸ ਨਾਲ ਕੰਸਟਰਕਟ ਕਰਨਾ ਹੈ ਅਤੇ ਇਸ ਪਾਰਟ ਨੂੰ ਇਕੁਅਲ ਨੰਬਰ ਦੀਆਂ ਚੀਜ਼ਾਂ ਦੀ ਡਿਵੀਜ਼ਨ ਦੁਆਰਾ ਕੰਸਟਰਕਟ ਕਰਨਾ ਪੈਂਦਾ ਹੈ। ਸਿਮਿਲਰਲੀ ਇਸ ਪੁਆਇੰਟ ਨੂੰ ਇਹਨਾਂ ਚੀਜ਼ਾਂ ਦੀ ਡਿਵੀਜ਼ਨ ਦੁਆਰਾ ਕੰਸਟਰਕਟ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਉਹ ਇਲਿਪਸ ਨੂੰ ਪੂਰਾ ਕਰਨ ਦੀ ਪੋਜੀਸ਼ਨ ਵਿੱਚ ਹੋਵੇਗਾ ਅਤੇ ਇਸ ਮੈਥਡ ਨੂੰ ਅਸੀਂ ਰੈਕਟੈਂਗਲ ਮੈਥਡ ਜਾਂ ਇਹ ਓਬਲੋਂਗ ਮੈਥਡ ਕਹਿੰਦੇ ਹਾਂ। ਇੱਕ ਵਾਰ ਜਦੋਂ ਅਸੀਂ ਇਸ P1 P2 P3 ਅਤੇ ਹੋਰ ਨੂੰ ਸ਼ਾਮਲ ਕਰਦੇ ਹਾਂ, ਇਹ ਪੁਆਇੰਟ ਹਨ P1 P2 P3 ਅਤੇ P4 ਵਾਇਆ C। ਅਸੀਂ ਇਹ ਇਲਿਪਸ ਪ੍ਰਾਪਤ ਕਰਾਂਗੇ।
ਇਸ ਲਈ ਇਸ ਲੈਕਚਰ ਵਿੱਚ ਅਸੀਂ ਕੌਨਸੈਂਟਰਿਕ ਸਰਕਲ ਮੈਥਡ ਅਤੇ ਓਬਲੋਂਗ ਮੈਥਡ ਬਾਰੇ ਸਿੱਖਿਆ ਹੈ। ਅਗਲੇ ਲੈਕਚਰ ਵਿੱਚ ਅਸੀਂ ਇਲਿਪਸ ਬਣਾਉਣ ਲਈ ਸਰਕਲ ਦੇ ਆਰਕ ਦੇ ਤਰੀਕਿਆਂ ਬਾਰੇ ਸਿੱਖਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।